सत श्री अकाल, वैलकम टू ब्लूबर्ड रिव्यू। मैं हाँ जतिंदर सिंह। ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਨੀ ਹੈ ਕਿ ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ ਤਾਂ ਉਸ ਤੋਂ ਬਾਅਦ ਕੀ ਕੀਤਾ ਜਾਏ। ਕਈ ਵਾਰ ਕਈਆਂ ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਬਹੁਤ ਵਧੀਆ ਪ੍ਰੋਫਾਈਲ ਹੋਣ ਤੋਂ ਬਾਅਦ ਵੀ, ਬਟ ਉਸ ਤੋਂ ਬਾਅਦ ਕੁਝ ਐਵੇਂ ਦੀ ਗਲਤੀ ਹੋ ਜਾਂਦੀ ਹੈ ਕਿ ਜਿਹਦੇ ਕਰਕੇ ਨੈਕਸਟ ਟਾਈਮ ਤੁਹਾਡਾ ਜਿਹੜਾ ਵੀਜ਼ਾ ਉਹਦੇ ਲੱਗਣ ਦੇ ਵੀ ਚਾਂਸ ਘੱਟ ਜਾਂਦੇ ਨੇ। ਜਦੋਂ ਵੀ ਤੁਹਾਡਾ ਵੀਜ਼ਾ ਰਿਫਿਊਜ਼ ਹੁੰਦਾ ਉਸ ਤੋਂ ਬਾਅਦ ਕੁਝ ਗੱਲਾਂ ਦਾ ਖਾਸ ਤੁਹਾਨੂੰ ਧਿਆਨ ਰੱਖਣਾ ਹੁੰਦਾ ਕਿ ਜੇ ਤੁਹਾਡਾ ਵੀਜ਼ਾ ਰਿਫਿਊਜ਼ ਵੀ ਹੋ ਗਿਆ ਤੇ ਦੈਨ ਈਵਨ ਤੁਹਾਡਾ ਜ਼ਿਆਦਾ ਨੁਕਸਾਨ ਨਾ ਹੋਏ ਕਿ ਅਗਲੀ ਵਾਰ ਜਦੋਂ ਤੁਸੀਂ ਫਾਈਲ ਲਾਉਣ ਜਾਓ ਤਾਂ ਤੁਹਾਨੂੰ ਵੀਜ਼ਾ ਮਿਲਦੇ ਜਿਹੜੇ ਚਾਂਸ ਨੇ ਉਹ ਤੁਹਾਡੇ ਵਧੀਆ ਰਹਿਣ। ਜੇ ਤੁਹਾਡਾ ਹੁਣੇ ਵੀਜ਼ਾ ਰਿਫਿਊਜ਼ ਹੋਇਆ ਤੇ ਇਹ ਗਲਤੀਆਂ ਨਾ ਕਰਿਓ ਤੇ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖ ਲੈਣਾ। ਇਹ ਵੀਡੀਓ ਤੁਹਾਡੇ ਬਹੁਤ ਹੀ ਕੰਮ ਦੀ ਹੈ। ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਕਿਸੇ ਕੰਟਰੀ 'ਚ ਫਾਈਲ ਲਾਉਂਦੇ ਹੋ, ਭਾਵੇਂ ਤੁਹਾਡੀ ਫਾਈਲ ਕੈਨੇਡਾ 'ਚ ਗਈ ਹੈ, UK 'ਚ ਗਈ ਹੈ, ਸ਼ੈਂਗਨ 'ਚ ਗਈ ਹੈ, ਈਵਨ ਤੁਸੀਂ ਆਸਟ੍ਰੇਲੀਆ 'ਚ ਫਾਈਲ ਲਾਈ ਹੈ, ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ, ਉਸ ਤੋਂ ਬਾਅਦ ਤੁਸੀਂ ਕੀ ਕਰ ਸਕਦੇ ਹੋ। ਜ਼ਿਆਦਾਤਰ ਕੀ ਹੁੰਦਾ ਜਦੋਂ ਵੀ ਕੋਈ ਐਪਲੀਕੈਂਟ ਕਿਸੇ ਕੰਟਰੀ 'ਚ ਫਾਈਲ ਲਾਉਂਦਾ ਹੈ ਤੇ ਉਸ ਤੋਂ ਬਾਅਦ ਜੇ ਰਿਫਿਊਜ਼ ਹੋ ਜਾਂਦਾ ਹੈ ਤਾਂ ਉਹ ਹੱਥ 'ਤੇ ਹੱਥ ਰੱਖ ਕੇ ਬਹਿ ਜਾਂਦੇ ਆ ਤੇ ਵੇਟ ਕਰਦੇ ਆ 5 ਤੋਂ 6 ਮਹੀਨੇ ਦੀ ਕਿ 5 ਤੋਂ 6 ਮਹੀਨੇ ਬਾਅਦ ਅਸੀਂ ਫਾਈਲ ਲਾਵਾਂਗੇ। ਬਟ ਕੁਝ ਐਕਸ਼ਨ ਜੋ ਕਿ ਪਹਿਲਾਂ ਲੈਣੇ ਚਾਹੀਦੇ ਆ ਉਹ ਅਸੀਂ ਨਹੀਂ ਲੈਂਦੇ, ਜਿਹਦੇ ਕਰਕੇ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਪ੍ਰੋਬਲਮ ਹੋ ਸਕਦੀ ਹੈ। ਮੰਨ ਲਓ ਤੁਸੀਂ ਅੱਜ ਦੀ ਡੇਟ 'ਚ ਜੌਬ ਕਰ ਰਹੇ ਹੋ, ਜੌਬ ਤੋਂ ਤੁਸੀਂ ਛੁੱਟੀ ਲਈ ਹੋਈ ਹੈ ਆਪਣੇ ਕਿਸੇ ਟ੍ਰਿਪ ਵਾਸਤੇ ਤੇ ਤੁਸੀਂ ਫਾਈਲ ਲਾਈ ਕੈਨੇਡਾ ਦੇ ਵਿੱਚ, ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ, ਉਸ ਤੋਂ ਬਾਅਦ ਤੁਸੀਂ ਬਹਿ ਗਏ, ਤੁਹਾਡੀ ਛੁੱਟੀ ਵੀ ਕੈਂਸਲ, ਉਹ ਤੁਸੀਂ ਟਾਈਮ ਥੋੜਾ ਵੇਸਟ ਕਰਤਾ। ਤੁਸੀਂ ਸੋਚਿਆ ਕਿ 5 ਤੋਂ 6 ਮਹੀਨੇ ਬਾਅਦ ਹੁਣ ਫਾਈਲ ਲਾਵਾਂਗੇ ਫਿਰ ਅਸੀਂ ਵੀਜ਼ਾ ਲੈ ਲਾਂਗੇ। ਓਕੇ ਹੈ, ਤੁਸੀਂ ਵੇਟ ਕਰਕੇ ਫਾਈਲ ਲਾ ਸਕਦੇ ਹੋ, ਬਟ ਵੇਟ ਕਰਨ ਤੋਂ ਪਹਿਲਾਂ ਆਪਣੀ ਪ੍ਰੋਫਾਈਲ ਨੂੰ ਜ਼ਰੂਰ ਐਨਾਲਾਈਜ਼ ਕਰ ਲਓ, ਕਿਉਂਕਿ ਕਿਸੇ ਵੀ ਕੰਟਰੀ ਤੋਂ ਜਦੋਂ ਵੀਜ਼ਾ ਰਿਫਿਊਜ਼ ਹੁੰਦਾ ਜ਼ਰੂਰੀ ਨਹੀਂ ਤੁਹਾਡੀ ਪ੍ਰੋਫਾਈਲ ਦੇ ਵਿੱਚ ਕਮੀ ਹੈ ਤਾਂ ਵੀਜ਼ਾ ਰਿਫਿਊਜ਼ ਹੋਇਆ। ਹੋ ਸਕਦਾ ਹੈ ਕਿ ਛੋਟੀ ਮੋਟੀ ਕੋਈ ਗਲਤੀ ਤੁਸੀਂ ਐਵੇਂ ਦੀ ਕਰਤੀ ਹੋਵੇ ਜਿਹਦੇ ਕਰਕੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ ਹੋਵੇ। ਲਾਈਕ ਤੁਹਾਡੀ ਆਈਟਨਰੀ ਗਲਤ ਬਣ ਗਈ ਹੋਵੇ, ਟਰੈਵਲ ਇੰਸ਼ੋਰੈਂਸ ਤੁਹਾਡਾ ਸਹੀ ਨਾ ਲੱਗਾ ਹੋਵੇ, ਜਾਂ ਫਿਰ ਤੁਸੀਂ ਕਵਰਿੰਗ ਲੈਟਰ 'ਚ ਕੋਈ ਚੀਜ਼ਾਂ ਮੈਂਸ਼ਨ ਕਰਨੀਆਂ ਭੁੱਲ ਗਏ ਹੋਵੋ, ਜਾਂ ਕੋਈ ਬਹੁਤ ਇੰਪੋਰਟੈਂਟ ਡਾਕੂਮੈਂਟ ਜੋ ਤੁਸੀਂ ਮਿਸ ਕਰਤੇ ਫਾਈਲ ਲਾਉਣ ਦੇ ਵਿੱਚ। ਐਵੇਂ ਦੀ ਗਲਤੀਆਂ ਕਰਕੇ ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ ਉਹ ਤੁਹਾਨੂੰ ਪਹਿਲਾਂ ਐਨਾਲਾਈਜ਼ ਕਰਨਾ ਪਏਗਾ ਕਿ ਤੁਹਾਡੀ ਪ੍ਰੋਫਾਈਲ 'ਚ ਕਮੀਆਂ ਕੀ ਰਹੀਆਂ। ਕੁਝ ਕੰਟਰੀਜ਼ ਦੇ ਵੀਜ਼ਾ ਰਿਫਿਊਜ਼ਲ ਦੇ ਵਿੱਚ ਤੇ ਦੱਸ ਦਿੱਤਾ ਜਾਂਦਾ ਕਿ ਰੀਜ਼ਨ ਕੀ ਨੇ, ਜਿਵੇਂ ਕਿ ਜੇ UK 'ਚ ਵੀਜ਼ਾ ਰਿਫਿਊਜ਼ ਹੁੰਦਾ ਹੈ ਤਾਂ ਉਹ ਹਰੇਕ ਗੱਲ ਲਿਖ ਕੇ ਦਿੰਦੇ ਆ ਕਿ ਆਹ ਤੁਹਾਡੀ ਫਾਈਲ ਦੇ ਵਿੱਚ ਕਮੀਆਂ ਸੀਗੀਆਂ ਤਾਂ ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ। ਆਸਟ੍ਰੇਲੀਆ 'ਚ ਫਾਈਲ ਲੱਗਦੀ ਹੈ, ਆਸਟ੍ਰੇਲੀਆ 'ਚ ਵੀ ਇਹ ਚੀਜ਼ ਦੱਸੀ ਜਾਂਦੀ ਹੈ ਕਿ ਤੁਹਾਡਾ ਵੀਜ਼ਾ ਰਿਫਿਊਜ਼ ਕਿਉਂ ਹੋਇਆ। ਇਸ ਤੋਂ ਇਲਾਵਾ ਜੇ ਤੁਹਾਡੀ ਫਾਈਲ ਸ਼ੈਂਗਨ 'ਚ ਰਿਫਿਊਜ਼ ਹੁੰਦੀ ਹੈ, ਭਾਵੇਂ ਕੈਨੇਡਾ 'ਚ ਰਿਫਿਊਜ਼ ਹੁੰਦੀ ਹੈ, ਉੱਥੇ ਕੋਈ ਰੀਜ਼ਨ ਨਹੀਂ ਆਉਂਦਾ। ਨਾਰਮਲ ਉਹ ਟਿਕ ਕਰਕੇ ਭੇਜ ਦਿੰਦੇ ਆ ਕਿ ਇਹਨਾਂ ਵਿੱਚੋਂ ਕੋਈ ਰੀਜ਼ਨ ਹੈ, ਬਟ ਤੁਹਾਡੀ ਪ੍ਰੋਫਾਈਲ 'ਚ ਕੋਈ ਕਮੀ ਸੀ ਜਾਂ ਨਹੀਂ ਇਹ ਪਤਾ ਨਹੀਂ ਲੱਗ ਪਾਉਂਦਾ। ਜੇ ਤਾਂ ਤੁਹਾਡਾ ਕੇਸ UK ਦਾ ਰਿਫਿਊਜ਼ ਹੋਇਆ, ਜੋ ਕਮੀਆਂ ਨੇ ਉਹ ਕਮੀਆਂ ਜੀ ਤੇ ਨਾਲੋਂ ਦੀ ਨਾਲ ਤੁਸੀਂ ਜਸਟੀਫਾਈ ਕਰ ਸਕਦੇ ਹੋ, ਨਾਲ ਹੀ ਦੁਬਾਰਾ ਕੇਸ ਆਪਣਾ ਫਿਰ ਰੀਲਾਂਚ ਕਰ ਦਿਓ। ਤੇ ਜੇ ਤੁਹਾਨੂੰ ਲੱਗਦਾ ਕਿ ਉਹ ਵਾਕਈ ਕਮੀਆਂ ਨੇ, ਉਹਦੇ ਬਾਰੇ ਕੁਝ ਨਹੀਂ ਕੀਤਾ ਜਾ ਸਕਦਾ, ਫਿਰ ਤੁਹਾਨੂੰ ਵੇਟ ਕਰ ਲੈਣਾ ਚਾਹੀਦਾ। ਇਸ ਤੋਂ ਇਲਾਵਾ ਜੇ UK 'ਚ ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ, ਜੇ ਉਹਦੇ ਵਿੱਚ ਵੀਜ਼ਾ ਅਫਸਰ ਦੀ ਗਲਤੀ ਆ, ਉਹਨੇ ਤੁਹਾਡੀ ਫਾਈਲ ਨੂੰ ਜੱਜ ਕਰਨ 'ਚ ਮਿਸਟੇਕ ਕੀਤੀ ਹੈ, ਦੈਨ ਤੁਹਾਨੂੰ PAP ਲਈ ਜਾਣਾ ਚਾਹੀਦਾ ਹੈ, ਆਪਣਾ PAP ਅਪਲਾਈ ਕਰਨਾ ਚਾਹੀਦਾ ਹੈ, ਕਿਉਂਕਿ ਜੇ ਤੁਸੀਂ ਪ੍ਰੀ ਪ੍ਰੋਟੋਕੋਲ ਐਕਸ਼ਨ ਲੈਂਦੇ ਹੋ ਦੈਨ ਵੀ ਤੁਹਾਡੇ ਚਾਂਸ ਰਹਿੰਦੇ ਨੇ ਕਿ ਵੀਜ਼ਾ ਲੱਗ ਜੇ। ਉਹਦੀ ਤੁਸੀਂ ਕੋਈ ਐਮਬੈਸੀ ਫੀਸ ਵੀ ਨਹੀਂ ਦੇਣੀ ਹੁੰਦੀ। ਬਟ ਸੇਮ ਕਹਾਣੀ ਹੈ ਕਿ ਜੇ UK 'ਚ ਤਾਂ ਰੀਜ਼ਨ ਤੁਹਾਡੇ ਕੋਲ ਆ ਗਿਆ, ਤੁਸੀਂ ਉਹ ਤੁਹਾਡੀ ਪ੍ਰੋਫਾਈਲ ਦੇ ਵਿੱਚ ਤੁਹਾਡੀ ਕੋਈ ਕਮੀ ਨਹੀਂ ਸੀ, ਵੀਜ਼ਾ ਅਫਸਰ ਕੋਲੋਂ ਕੋਈ ਮਿਸਟੇਕ ਹੋਈ ਹੈ, ਉਸ ਕੇਸ ਤੁਸੀਂ ਪ੍ਰੀ ਐਕਸ਼ਨ ਪ੍ਰੋਟੋਕੋਲ 'ਚ ਜਾ ਕੇ ਵੀਜ਼ਾ ਲੈ ਸਕਦੇ ਹੋ। ਬਟ ਸੇਮ ਕਹਾਣੀ ਜੇ ਕੈਨੇਡਾ ਵਿੱਚ ਹੋਵੇ ਤੁਸੀਂ ਫਿਰ ਕੀ ਕਰ ਸਕਦੇ ਹੋ, ਕਿਉਂਕਿ ਨਾ ਤਾਂ ਤੁਹਾਨੂੰ ਉੱਥੇ ਰੀਜ਼ਨ ਮਿਲਣਾ ਹੈ, ਨਾ ਉੱਥੇ ਪ੍ਰੀ ਐਕਸ਼ਨ ਪ੍ਰੋਟੋਕੋਲ ਦਾ ਕੋਈ ਸਿਸਟਮ ਹੈ ਕਿ ਤੁਸੀਂ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਚੈਲੰਜ ਕਰ ਪਾਓ। ਉੱਥੇ ਸਿਰਫ ਇੱਕੋ ਹੀ ਵੇ ਹੈ ਕਿ ਤੁਸੀਂ ਆਪਣੀ ਪ੍ਰੋਫਾਈਲ ਨੂੰ ਐਨਾਲਾਈਜ਼ ਕਰੋ, ਆਪਣੀ ਜੋ ਵੀ ਡਾਕੂਮੈਂਟ ਲੱਗੇ ਨੇ ਉਹਨਾਂ ਨੂੰ ਧਿਆਨ ਨਾਲ ਦੇਖੋ ਕਿ ਕੋਈ ਮਿਸ ਤਾਂ ਨਹੀਂ ਹੋ ਗਿਆ, ਕੋਈ ਗਲਤੀ ਤਾਂ ਨਹੀਂ ਹੋ ਗਈ, ਫਾਰਮ ਫਿਲ ਕਰਨ 'ਚ ਕੋਈ ਗਲਤੀ ਤਾਂ ਨਹੀਂ ਹੋਈ। ਜੇ ਐਵੇਂ ਦੀ ਕੋਈ ਮਿਸਟੇਕਸ ਹੋਈਆਂ ਨੇ ਉਹਨਾਂ ਨੂੰ ਇੰਪਰੂਵ ਕਰਕੇ ਦੁਬਾਰਾ ਨਾਲ ਦੀ ਨਾਲ ਹੀ ਫਾਈਲ ਲਾ ਦਿਓ, ਜਸਟੀਫਾਈ ਕਰ ਦਿਓ ਉਹਨਾਂ ਨੂੰ ਜੇ ਉਸ ਪ੍ਰੋਫਾਈਲ ਦੇ ਵਿੱਚ ਕੋਈ ਚੇਂਜਸ ਹੈਗੇ ਨੇ, ਕਿਉਂਕਿ ਜੇ ਤੁਸੀਂ ਪ੍ਰੋਫਾਈਲ 'ਚ ਥੋੜ੍ਹੀ ਬਹੁਤ ਚੇਂਜ ਕਰਕੇ ਨਾਲ ਹੀ ਲਾ ਦਿੰਦੇ ਹੋ ਤਾਂ ਵੀਜ਼ਾ ਆਉਣ ਦੇ ਚਾਂਸ ਜਿਹੜੇ ਨੇ ਉਹ ਵੱਧ ਜਾਂਦੇ ਨੇ। ਬਟ
ਇੱਥੇ ਇਸੇ ਗੱਲ ਦਾ ਧਿਆਨ ਰੱਖਿਓ ਕਿ ਜੇ ਪ੍ਰੋਫਾਈਲ ਨੂੰ ਐਨਾਲਾਈਜ਼ ਕਰਦੇ ਹੋਏ ਤੁਹਾਨੂੰ ਲੱਗਦਾ ਹੈ ਕਿ ਵਾਕਈ 'ਚ ਹੀ ਇਹ ਇੰਪਰੂਵ ਕੀਤੀ ਜਾ ਸਕਦੀ ਚੀਜ਼ ਜਾਂ ਵਾਕਈ 'ਚ ਹੀ ਵੀਜ਼ਾ ਅਫਸਰ ਕੋਲੋਂ ਕੋਈ ਗਲਤੀ ਹੋਈ ਹੈ, ਦੈਨ ਤੁਹਾਨੂੰ ਜ਼ਰੂਰ ਆਪਣੀ ਪ੍ਰੋਫਾਈਲ ਰੀਲਾਂਚ ਕਰਨੀ ਚਾਹੀਦੀ ਹੈ ਤੇ ਉਹ ਵੀ ਨਾਲ ਦੀ ਨਾਲ ਵੇਟ ਨਾ ਕਰੋ। ਉਸੇ ਟਾਈਮ ਹੀ ਫਾਈਲ ਲਾ ਦਿਓ। ਵੀਜ਼ਾ ਆਉਣ ਦੇ ਚਾਂਸ ਜਿਹੜੇ ਨੇ ਉਹ ਵੱਧ ਸਕਦੇ ਨੇ। ਤੁਹਾਨੂੰ ਕਵਰਿੰਗ ਲੈਟਰ 'ਚ ਮੈਂਸ਼ਨ ਕਰਨਾ ਪਏਗਾ ਆਪਣਾ ਰੀਜ਼ਨ, ਕਿਉਂਕਿ ਜੋ ਵੀ ਉਹਨਾਂ ਨੇ ਰੀਜ਼ਨ ਦਿੱਤਾ ਹੋਇਆ ਉਸ ਨੂੰ ਚੰਗੀ ਤਰ੍ਹਾਂ ਜਸਟੀਫਾਈ ਕਰਕੇ ਵੀਜ਼ਾ ਲੈ ਸਕਦੇ ਹੋ, ਕਿਉਂਕਿ ਅਸੀਂ ਪ੍ਰੈਕਟੀਕਲੀ ਇਹ ਚੀਜ਼ਾਂ ਟੂਰਿਸਟ ਵੀਜ਼ਾ 'ਚ ਵੀ ਵੇਖੀਆਂ ਨੇ ਤੇ ਸਟੂਡੈਂਟ ਵੀਜ਼ਾ 'ਚ ਵੀ ਵੇਖੀਆਂ ਨੇ। ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋਣ ਤੋਂ ਬਾਅਦ ਨਾਲ ਦੀ ਨਾਲ ਹੀ ਪ੍ਰੋਫਾਈਲ ਲਾਉਣ 'ਤੇ ਵੀਜ਼ਾ ਇਸ਼ੂ ਹੁੰਦੇ ਨੇ, ਜੇ ਤੁਸੀਂ ਜਸਟੀਫਾਈ ਕਰ ਦਿੰਦੇ ਹੋ ਤੁਹਾਡੀ ਪ੍ਰੋਫਾਈਲ 'ਚ ਕਮੀ ਨਹੀਂ ਹੈ ਤਾਂ, ਤੇ ਜਾਂ ਤੁਸੀਂ ਉਹਨੂੰ ਇੰਪਰੂਵ ਕਰਕੇ ਨਾਲ ਲਾ ਦਿੰਦੇ ਹੋ ਤਾਂ ਵੀਜ਼ਾ ਲੱਗਦਾ ਹੈ। ਜੇ ਤੁਸੀਂ ਇਹਨੂੰ ਇੰਪਰੂਵ ਕਰਕੇ ਨਹੀਂ ਲਾਉਂਦੇ ਤਾਂ ਦੈਨ ਫਾਇਦਾ ਨਹੀਂ ਹੈ ਲਾਉਣ ਦਾ। ਸੇਮ ਟੂ ਸੇਮ ਲਾਂਚ ਨਾ ਕਰੋ, ਉਹਦੇ ਵਿੱਚ ਕੋਈ ਚੇਂਜਸ ਕਰਕੇ ਜਾਂ ਫਿਰ ਆਪਣੇ ਕਵਰਿੰਗ ਲੈਟਰ ਦੇ ਵਿੱਚ ਚੇਂਜਸ ਕਰਕੇ ਆਪਣੀ ਫਾਈਲ ਨੂੰ ਦੁਬਾਰਾ ਲਾ ਦਿਓ। ਸੇਮ ਗੱਲ ਜੇ ਤੁਹਾਡੀ ਸ਼ੈਂਗਨ ਵੀਜ਼ੇ 'ਚ ਹੁੰਦੀ ਹੈ, ਤੁਹਾਡਾ ਵੀਜ਼ਾ ਸ਼ੈਂਗਨ 'ਚ ਰਿਫਿਊਜ਼ ਹੁੰਦਾ ਹੈ, ਕਿਉਂਕਿ ਹੁਣ ਪਿੱਛੇ ਜਿਵੇਂ ਫਰਾਂਸ ਦੇ ਵਿੱਚ ਬਹੁਤ ਵੀਜ਼ਾ ਰਿਫਿਊਜ਼ ਹੋਏ, ਫਰਾਂਸ ਨੇ ਇੱਕ ਸਿਰੇ ਤੋਂ ਹੀ ਵੀਜ਼ਾ ਰਿਫਿਊਜ਼ ਕਰਨੇ ਸਟਾਰਟ ਕਰਤੇ, ਬਹੁਤ ਵੀਜ਼ਾ ਰਿਫਿਊਜ਼ ਕੀਤੇ ਨੇ। ਸੇਮ ਟੂ ਸੇਮ ਸਵਿਟਜ਼ਰਲੈਂਡ ਨੇ ਵੀ ਇਹ ਕਿਤੇ ਨਾ ਕਿਤੇ ਕੀਤਾ ਹੈ। ਜੇ ਤੁਹਾਡੇ ਇੰਨਾ ਕੌਂਸੂਲੇਟ ਦੇ ਵਿੱਚ ਵੀਜ਼ਾ ਰਿਫਿਊਜ਼ ਹੋਇਆ ਤੇ ਸਮਝੋ ਕਿ ਹੋ ਸਕਦਾ ਤੁਹਾਡੀ ਪ੍ਰੋਫਾਈਲ ਵੇਖੀ ਵੀ ਨਾ ਗਈ ਹੋਵੇ, ਹੋ ਸਕਦਾ ਕਿ ਤੁਹਾਡੀ ਪ੍ਰੋਫਾਈਲ ਨੂੰ ਚੰਗੀ ਤਰ੍ਹਾਂ ਐਨਾਲਾਈਜ਼ ਨਾ ਕੀਤਾ ਹੋਵੇ, ਵੀਜ਼ਾ ਅਫਸਰ ਨੇ ਉਂਝ ਹੀ ਤੁਹਾਡਾ ਵੀਜ਼ਾ ਰਿਫਿਊਜ਼ ਕਰਤਾ ਹੋਵੇ, ਉਸ ਕੇਸ 'ਚ ਤੁਹਾਨੂੰ ਨਾਲ ਦੀ ਨਾਲ ਹੀ ਕੌਂਸੂਲੇਟ ਚੇਂਜ ਕਰਕੇ ਆਪਣੀ ਪ੍ਰੋਫਾਈਲ ਲਾ ਲੈਣੀ ਚਾਹੀਦੀ ਹੈ, ਜੇ ਤੁਹਾਡੀ ਪ੍ਰੋਫਾਈਲ ਓਕੇ ਹੈ। ਇਹ ਗੱਲ ਯਾਦ ਰੱਖੋ, ਰੀਲਾਂਚ ਤਾਂ ਹੀ ਕਰਿਓ ਜੇ ਪ੍ਰੋਫਾਈਲ ਓਕੇ ਹੈ। ਜੇ ਤੁਸੀਂ ਪਹਿਲਾਂ ਹੀ ਬਹੁਤ ਵੀਕ ਫਾਈਲ ਲਾ ਰਹੇ ਹੋ, ਤੁਸੀਂ ਉਂਝ ਹੀ ਤੁੱਕਾ ਲਾ ਰਹੇ ਹੋ, ਤਾਂ ਦੈਨ ਤੁਹਾਡਾ ਵੀਜ਼ਾ ਰਿਫਿਊਜ਼ ਹੋਣਾ ਹੀ ਹੈ। ਬਟ ਜੇ ਪ੍ਰੋਫਾਈਲ ਚੰਗੀ ਹੈ, ਤੁਹਾਨੂੰ ਲੱਗਦਾ ਕਿ ਤੁਹਾਡਾ ਵੀਜ਼ਾ ਆਉਣਾ ਚਾਹੀਦਾ ਸੀਗਾ, ਵੀਜ਼ਾ ਰਿਫਿਊਜ਼ ਹੋ ਗਿਆ, ਨਾਲ ਹੀ ਕੌਂਸੂਲੇਟ ਚੇਂਜ ਕਰਕੇ ਫਾਈਲ ਲਾ ਦਿਓ, ਤੁਹਾਡਾ ਵੀਜ਼ਾ ਫਿਰ ਵੀ ਨਿਕਲ ਸਕਦਾ ਹੈ, ਕਿਉਂਕਿ ਇਹ ਪ੍ਰੈਕਟੀਕਲੀ ਵੇਖਿਆ ਗਿਆ ਹੈ। ਇੱਕ ਕੰਟਰੀ 'ਚ ਵੀਜ਼ਾ ਰਿਫਿਊਜ਼ ਹੋਣ ਤੋਂ ਬਾਅਦ ਨਾਲ ਹੀ ਦੂਜੀ ਕੰਟਰੀ ਦੇ ਵਿੱਚ ਫਾਈਲ ਲਾਉਣ 'ਤੇ ਵੀਜ਼ਾ ਨਿਕਲਿਆ। ਇਹ ਮੈਂ ਸ਼ੈਂਗਨ ਦੀ ਗੱਲ ਕਰ ਰਿਹਾ, ਕਿਉਂਕਿ ਸ਼ੈਂਗਨ 'ਚ ਡਾਟਾ ਸ਼ੇਅਰਿੰਗ ਹੁੰਦੀ ਹੈ। ਕਈ ਵਾਰ ਕਈ ਸੋਚਦੇ ਆ ਕਿ ਅਸੀਂ ਸਵਿਟਜ਼ਰਲੈਂਡ 'ਚ ਫਾਈਲ ਲਾਈ ਹੈ, ਵੀਜ਼ਾ ਰਿਫਿਊਜ਼ ਸਵਿਟਜ਼ਰਲੈਂਡ ਨੇ ਕੀਤਾ ਤਾਂ ਹੁਣ ਦੁਬਾਰਾ ਸਵਿਟਜ਼ਰਲੈਂਡ 'ਚ ਹੀ ਅਪਲਾਈ ਕਰੀਏ, ਕਿਸੇ ਹੋਰ ਕੌਂਸੂਲੇਟ 'ਚ ਨਾ ਕਰੀਏ। ਕਦੀ ਇਹ ਗਲਤੀ ਨਾ ਕਰੋ, ਕਿਉਂਕਿ ਜੇ ਤੁਹਾਡਾ ਸਵਿਟਜ਼ਰਲੈਂਡ ਨੇ ਵੀਜ਼ਾ ਰਿਫਿਊਜ਼ ਕੀਤਾ ਹੈ, ਦੈਨ ਤੁਹਾਨੂੰ ਉਸੇ ਟਾਈਮ ਹੀ ਕਿਸੇ ਹੋਰ ਕੌਂਸੂਲੇਟ 'ਚ ਫਾਈਲ ਲਾ ਲੈਣੀ ਚਾਹੀਦੀ। ਜਿਸ ਕੰਟਰੀ 'ਚ ਟ੍ਰੈਂਡ ਥੋੜਾ ਵਧੀਆ ਚੱਲ ਰਿਹਾ, ਉਸ ਕੰਟਰੀ 'ਚ ਫਾਈਲ ਲਾ ਕੇ ਆਪਣਾ ਵੀਜ਼ਾ ਲੈ ਲਓ, ਤੁਹਾਡੇ ਵੀਜ਼ਾ ਦੇ ਜਿਹੜੇ ਚਾਂਸ ਨੇ ਉਹ ਵੱਧ ਸਕਦੇ ਨੇ। ਤੇ ਡਾਕੂਮੈਂਟ ਜ਼ਰੂਰ ਆਪਣੇ ਉੱਥੇ ਚੈੱਕ ਕਰੋ ਕਿ ਜੇ ਤੁਸੀਂ ਉਹਦੇ 'ਚ ਕੁਝ ਐਡ ਕਰ ਸਕਦੇ ਹੋ, ਕੋਈ ਚੇਂਜਸ ਕਰ ਸਕਦੇ ਹੋ, ਆਪਣੇ ਕਵਰਿੰਗ ਲੈਟਰ 'ਚ ਕਿਵੇਂ ਤੁਸੀਂ ਉਹਨੂੰ ਐਕਸਪਲੇਨ ਕਰ ਸਕਦੇ ਹੋ। ਜੇ ਇਹਨਾਂ ਚੀਜ਼ਾਂ ਨੂੰ ਤੁਸੀਂ ਚੇਂਜ ਕਰਕੇ ਆਪਣੀ ਪ੍ਰੋਫਾਈਲ ਨੂੰ ਵਧੀਆ ਕਰਕੇ ਲਾਉਂਦੇ ਹੋ ਤਾਂ ਦੈਨ ਵੀਜ਼ਾ ਦੇ ਲੱਗਣ ਦੇ ਚਾਂਸ ਜਿਹੜੇ ਨੇ ਉਹ ਵਧੀਆ ਹੋ ਸਕਦੇ ਨੇ। ਜੇ ਤੁਹਾਡਾ ਵੀਜ਼ਾ ਕਿਸੇ ਕੰਟਰੀ 'ਚ ਰਿਫਿਊਜ਼ ਹੋਇਆ, ਉਹਨੂੰ ਐਨਾਲਾਈਜ਼ ਕਰੋ, ਦੈਨ ਰੀਲਾਂਚ ਕਰੋ। ਕਿਸੇ ਵੀ ਕੰਟਰੀ 'ਚ ਰਿਫਿਊਜ਼ ਹੁੰਦਾ ਹੈ, ਆਪਣਾ ਇਹ ਸਟੈਪ ਜ਼ਰੂਰ ਲਵੋ ਜੇ ਤੁਹਾਡੀ ਪ੍ਰੋਫਾਈਲ ਵਧੀਆ ਹੈ। ਤੇ ਜੇ ਵੀਡੀਓ ਚੰਗੀ ਲੱਗੀ ਹੋਵੇ ਇਹਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ, ਤੇ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਮਿਲਦੇ ਹਾਂ ਫਿਰ ਆਪਾਂ ਨੈਕਸਟ ਵੀਡੀਓ 'ਚ, ਉਦੋਂ ਤੱਕ ਲਈ ਸਤਿ ਸ੍ਰੀ ਅਕਾਲ।